ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ। ਇਸ ਲਈ ਮੈਨੂੰ ਕਿਸੇ ਨੇ ਬੰਗਾਲ ਵਿੱਚ ਨੌਕਰੀ ਕਰਨ ਲਈ ਕਿਹਾ। ਮੈਂ ਬੰਗਾਲ ਵਿੱਚ ਨੌਕਰੀ ਕਰਨ ਲਈ ਚਲਾ ਗਿਆ। ਬੰਗਾਲ ਵਿੱਚ ਜਾ ਕੇ ਮੇਰੇ ਲਈ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਆ ਗਈਆਂ ਸੀ ਤੇ ਮੈਨੂੰ ਇੱਥੇ ਆਏ ਹੋਏ 6 ਮਹੀਨੇ ਹੀ ਲੰਘੇ ਸੀ। ਇਸ ਲਈ ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਖੁਸ਼ੀਆਂ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਮੈਂ ਨਾ ਤਾਂ ਕਦੇ ਕਿਸੇ ਕੁੜੀ ਵੱਲ ਨਜ਼ਰ ਉਠਾ ਕੇ ਦੇਖਿਆ ਤੇ ਨਾ ਹੀ ਉਸ ਤੋਂ ਪਹਿਲਾਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਇੱਥੇ ਆਉਣ ਤੋਂ ਬਾਅਦ ਮੇਰੇ ਕੁਝ ਦਿਨ ਗੁਜ਼ਰੇ ਤਾਂ ਜਿਵੇਂ ਮੇਰੀ ਜ਼ਿੰਦਗੀ ਵਿੱਚ ਇੱਕ ਨਵੀਂ ਬਹਾਰ ਜਿਹੀ ਆ ਗਈ ਸੀ। ਇੱਕ ਬੰਗਾਲੀ ਕੁੜੀ ਨੇ ਮੈਨੂੰ ਪਸੰਦ ਕਰ ਲਿਆ ਸੀ। ਉਹ ਉਮਰ ਵਿੱਚ ਮੇਰੇ ਤੋਂ ਬਹੁਤ ਛੋਟੀ ਸੀ, ਜਵਾਨ ਸੀ, ਸੋਹਣੀ ਸੀ। ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ। ਉਹ ਵੀ ਉੱਥੇ ਹੀ ਮੇਰੇ ਨਾਲ ਨੌਕਰੀ ਕਰਦੀ ਸੀ। ਮੈਂ ਬੰਗਾਲ ਦੀ ਇੱਕ ਫੈਕਟਰੀ ਵਿੱਚ ਪ੍ਰੋਡਕਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਿਆ ਕਰਦਾ ਸੀ। ਉਹ ਵੀ ਉੱਥੇ ਹੀ ਮੇਰੇ ਨਾਲ ਕੰਮ ਕਰਦੀ ਸੀ। ਉਸਨੇ ਕਿਹਾ ਉਹ ਮੈਨੂੰ ਪਸੰਦ ਕਰਦੀ ਹੈ ਤੇ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਹ ਗੱਲ ਸੁਣਦੇ ਹੀ ਮੇਰੀ ਤਾਂ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ ਸੀ। ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਮਾਮੂਲੀ ਜਿਹੇ ਕੰਮ ਵਿੱਚ ਸੈੱਟ ਹੋ ਕੇ ਇੱਕ ਬੰਗਾਲੀ ਕੁੜੀ ਦਾ ਪਤੀ ਬਣ ਜਾਊਂਗਾ। ਇਹ ਤਾਂ ਤੁਹਾਨੂੰ ਵੀ ਸੁਣਨ ਵਿੱਚ ਅਜੀਬ ਲੱਗ ਰਿਹਾ ਹੋਵੇਗਾ ਕਿ ਮੈਂ 35 ਸਾਲ ਦਾ ਤੇ ਉਹ 20 ਸਾਲ ਦੀ ਜਵਾਨ ਕੁੜੀ, ਉਸ ਨਾਲ ਵਿਆਹ ਕਰਨ ਤੇ ਮੈਂ ਬਹੁਤ ਖੁਸ਼ ਹੋ ਰਿਹਾ ਸੀ। ਮੇਰੇ ਲਈ ਇਹ ਬਹੁਤ ਜ਼ਿਆਦਾ ਖੁਸ਼ਕਿਸਮਤੀ ਦੀ ਗੱਲ ਸੀ। ਮੇਰੇ ਵਰਗੇ 35 ਸਾਲ ਦੇ ਮੁੰਡੇ ਨੂੰ ਇੱਕ 20 ਸਾਲ ਦੀ ਜਵਾਨ ਸੋਹਣੀ ਕੁੜੀ ਮਿਲ ਰਹੀ ਸੀ, ਜਦੋਂ ਕਿ ਸਾਡੀ ਉਮਰ ਵਿੱਚ ਲਗਭਗ 15 ਸਾਲ ਦਾ ਫਾਸਲਾ ਸੀ। ਆਖਰ ਉਸਨੇ ਮੇਰੇ ਅੰਦਰ ਇੱਦਾਂ ਦੀ ਕੀ ਖੂਬੀ ਦੇਖੀ ਸੀ ਜੋ ਮੈਨੂੰ ਪਸੰਦ ਕਰ ਲਿਆ ਸੀ। ਮੇਰੇ ਲਈ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ ਸੀ, ਕਿਉਂਕਿ ਮੈਨੂੰ ਪਿੰਡ ਵਿੱਚ ਤਾਂ ਕੋਈ ਰਿਸ਼ਤਾ ਹੀ ਨਹੀਂ ਦੇ ਰਿਹਾ ਸੀ। ਇਸ ਲਈ ਕਿ ਲੋਕਾਂ ਦਾ ਇਹ ਕਹਿਣਾ ਸੀ ਕਿ ਮਨੀਸ਼ ਉੱਥੇ ਜਾ ਕੇ ਬਹੁਤ ਵਿਅਸਤ ਹੋ ਗਿਆ ਹੈ। ਮਨੀਸ਼ ਦੇ ਕੋਲ ਨਾ ਤਾਂ ਸਮਾਂ ਹੈ ਤੇ ਨਾ ਹੀ ਇੰਨਾ ਪੈਸਾ ਕਿ ਅਸੀਂ ਉਸ ਨੂੰ ਆਪਣੀ ਕੁੜੀ ਦੇ ਸਕੀਏ। ਹੁਣ ਉਸ ਦੀ ਉਮਰ ਵੀ ਜ਼ਿਆਦਾ ਹੋ ਚੁੱਕੀ ਹੈ ਤੇ ਫਿਰ ਇੱਦਾਂ ਵਿੱਚ ਇੰਨੀ ਘੱਟ ਉਮਰ ਦੀ ਕੁੜੀ ਮਿਲ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਮੈਂ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਪਹਿਲਾਂ ਤਾਂ ਉਹ ਖੁਸ਼ ਹੋ ਗਏ ਤੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ, ਪਰ ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਫੋਨ ਤੇ ਮੈਂ ਆਪਣੀ ਮਾਂ ਨੂੰ ਪੁੱਛਿਆ, ਕੀ ਹੋਇਆ ਮਾਂ? ਮਾਂ ਨੇ ਕਿਹਾ, ਮਨੀਸ਼ ਬੇਟਾ, ਤੈਨੂੰ ਕੀ ਲੱਗਦਾ ਹੈ ਕਿ ਉਹ ਬੰਗਾਲੀ ਕੁੜੀ ਤੈਨੂੰ ਸਾਡੇ ਕੋਲ ਆਉਣ ਦੇਵੇਗੀ? ਬਿਲਕੁਲ ਵੀ ਇਦਾਂ ਨਹੀਂ ਹੋਵੇਗਾ। ਹੁਣ ਤਾਂ ਬਸ ਤੂੰ ਬੰਗਾਲ ਦਾ ਹੀ ਹੋ ਕੇ ਰਹਿ ਗਿਆ ਹੈ। ਖੁਸ਼ੀ ਤਾਂ ਬਹੁਤ ਹੈ ਪੁੱਤ, ਤੈਨੂੰ ਇੰਨੀ ਘੱਟ ਉਮਰ ਦੀ ਕੁੜੀ ਮਿਲ ਰਹੀ ਹੈ ਤੇ ਯਕੀਨਨ ਉਹ ਪਿੰਡ ਦੀਆਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੀ ਹੋਵੇਗੀ ਤੇ ਤੇਰਾ ਖਿਆਲ ਵੀ ਰੱਖੇਗੀ, ਕਿਉਂਕਿ ਤੂੰ ਉਮਰ ਵਿੱਚ ਉਸ ਤੋਂ ਬਹੁਤ ਵੱਡਾ ਹੈ ਤੇ ਉਸਨੇ ਤੈਨੂੰ ਆਪਣੀ ਮਰਜ਼ੀ ਨਾਲ ਪਸੰਦ ਕੀਤਾ ਹੈ। ਪਰ ਪਰੇਸ਼ਾਨੀ ਇਹ ਹੈ ਕਿ ਤੂੰ ਸਾਨੂੰ ਤਾਂ ਭੁੱਲ ਹੀ ਜਾਵੇਗਾ। ਸਾਰੀ ਜ਼ਿੰਦਗੀ ਅਸੀਂ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ। ਸਾਨੂੰ ਤੇਰੇ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਤੇ ਆਖਰ ਵਿੱਚ ਤੂੰ ਉਸ ਬੰਗਾਲੀ ਕੁੜੀ ਦਾ ਹੋ ਜਾਵੇਗਾ। ਬਸ ਮਾਤਾ ਪਿਤਾ ਦੀ ਕਿਸਮਤ ਵਿੱਚ ਆਖਰ ਵਿੱਚ ਸਿਰਫ ਮਾਯੂਸੀ ਦੇ ਸਿਵਾਏ ਕੁਝ ਨਹੀਂ ਬਚਦਾ। ਬਸ ਪੁੱਤ, ਮੇਰੇ ਦਿਲ ਦਾ ਬੋਝ ਬਹੁਤ ਹਲਕਾ ਹੋ ਗਿਆ। ਹੁਣ ਫੋਨ ਬੰਦ ਕਰਦੀ ਹਾਂ। ਮਾਂ ਦੇ ਰੋਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਇਹ ਗੱਲ ਤਾਂ ਮਾਂ ਨੇ ਬਿਲਕੁਲ ਠੀਕ ਕਹੀ ਸੀ। ਜਦੋਂ ਮੈਂ ਬਬੀਤਾ ਨਾਲ ਵਿਆਹ ਕਰ ਰਿਹਾ ਸੀ ਤਾਂ ਮੈਨੂੰ ਬਾਕੀ ਲੋਕਾਂ ਨੂੰ ਭੁੱਲਣਾ ਹੀ ਪੈਂਦਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਮੇਰੇ ਦਿਲ ਵਿੱਚ ਇਹ ਖਿਆਲ ਆਇਆ ਕਿ ਇਨਸਾਨ ਨੂੰ ਰੁਜ਼ਗਾਰ ਕਿਸ ਤਰ੍ਹਾਂ ਨਾਲ ਪਰੇਸ਼ਾਨ ਕਰ ਦਿੰਦਾ ਹੈ ਕਿ ਉਸ ਨੂੰ ਆਪਣਿਆਂ ਨੂੰ ਵੀ ਛੱਡਣਾ ਪੈਂਦਾ ਹੈ। ਮੈਨੂੰ ਉਹਨਾਂ ਕੁੜੀਆਂ ਦਾ ਦਰਦ ਬਹੁਤ ਮਹਿਸੂਸ ਹੋਇਆ ਜੋ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੇ ਸਹੁਰੇ ਦੀਆਂ ਹੋ ਜਾਂਦੀਆਂ ਹਨ ਤੇ ਫਿਰ ਉਹਨਾਂ ਨੂੰ ਵਾਪਸ ਆਪਣੇ ਘਰ ਆਉਣ ਲਈ ਵੀ ਕਿਸੇ ਦੀ ਆਗਿਆ ਦੀ ਜ਼ਰੂਰਤ ਹੁੰਦੀ ਹੈ। ਫਿਲਹਾਲ ਮੈਂ ਆਪਣੀ ਹੋਣ ਵਾਲੀ ਬੰਗਾਲੀ ਪਤਨੀ ਬਬੀਤਾ ਨੂੰ ਇਹ ਗੱਲ ਕਹੀ ਤਾਂ ਉਹ ਮੇਰੇ ਗਲ ਲੱਗ ਗਈ ਤੇ ਮੇਰੇ ਗਲ ਲੱਗ ਕੇ ਕਹਿਣ ਲੱਗੀ, ਤੂੰ ਇਦਾਂ ਦੀ ਗੱਲ ਕਿਉਂ ਕਰ ਰਿਹਾ ਹੈ? ਕੀ ਮੈਨੂੰ ਅਹਿਸਾਸ ਨਹੀਂ ਹੈ ਤੁਸੀਂ ਇੱਕ ਇੱਜ਼ਤਦਾਰ ਪਰਿਵਾਰ ਤੋਂ ਤਾਲੁਕ ਰੱਖਦੇ ਹੋ ਤੇ ਮੈਂ ਕਿਹੜਾ ਅਲੱਗ ਹਾਂ? ਮੇਰੇ ਵੀ ਪਰਿਵਾਰ ਦਾ ਉਹੀ ਅਸੂਲ ਹੈ ਜੋ ਤੇਰੇ ਪਰਿਵਾਰ ਦਾ ਹੈ। ਮੈਨੂੰ ਤਾਂ ਖੁਸ਼ੀ ਹੈ ਕਿ ਤੂੰ ਇੰਨਾ ਜਜ਼ਬਾਤੀ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਤੂੰ ਭਵਿੱਖ ਵਿੱਚ ਮੈਨੂੰ ਵੀ ਬਹੁਤ ਪਿਆਰ ਕਰੇਗਾ। ਮੈਨੂੰ ਇੰਨਾ ਪਿਆਰ ਕਰੇਗਾ ਕਿ ਮੈਂ ਸਾਰੀ ਜ਼ਿੰਦਗੀ ਖੁਸ਼ ਰਹੂੰਗੀ। ਜ਼ਾਹਿਰ ਜਿਹੀ ਗੱਲ ਹੈ, ਜੋ ਮੁੰਡਾ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਦਾ ਹੈ ਉਹੀ ਅਸਲ ਵਿੱਚ ਅਸਲੀ ਮਰਦ ਹੁੰਦਾ ਹੈ। ਉਹੀ ਆਪਣੀ ਪਤਨੀ ਨੂੰ ਵੀ ਪਿਆਰ ਦੇ ਸਕਦਾ ਹੈ ਜੋ ਉਸ ਨੂੰ ਚਾਹੀਦਾ ਹੁੰਦਾ ਹੈ। ਮੇਰੀ ਪਤਨੀ ਦੀ ਇੰਨੀ ਨਰਮ ਦਿਲੀ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਮੇਰੇ ਮਾਤਾ-ਪਿਤਾ ਕੋਲ ਜਾਣ ਦੀ ਆਗਿਆ ਦੇ ਰਹੀ ਹੈ। ਤੈਨੂੰ ਪਤਾ ਹੈ ਨਾ ਕਿ ਤੂੰ ਮੈਨੂੰ ਕਿਹਾ ਸੀ
ਤੂੰ ਵਿਆਹ ਦੇ ਬਾਅਦ ਇੱਥੇ ਹੀ ਰਹਿਣਾ ਚਾਹੁੰਦੀ ਹੈ। ਤਾਂ ਉਹ ਕਹਿਣ ਲੱਗੀ, ਅਰੇ ਮੇਰੇ ਬੇਵਕੂਫ ਪਤੀ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਤੂੰ ਆਪਣੇ ਮਾਤਾ ਪਿਤਾ ਨੂੰ ਇੱਥੇ ਬੰਗਾਲ ਬੁਲਾ ਲੈ। ਵੈਸੇ ਵੀ ਉਹ ਘਰ ਵਿੱਚ ਰਹਿ ਕੇ ਕੀ ਕਰਨਗੇ? ਤੂੰ ਉਹਨਾਂ ਦਾ ਇਕਲੌਤਾ ਮੁੰਡਾ ਹੈ। ਹੁਣ ਉਹ ਉੱਥੇ ਇਕੱਲੇ ਰਹਿ ਗਏ ਹਨ। ਤੂੰ ਚਾਹੇ ਤਾਂ ਉਹਨਾਂ ਨੂੰ ਇੱਥੇ ਬੁਲਾ ਸਕਦਾ ਹੈ। ਤੂੰ ਹੀ ਤਾਂ ਕਹਿੰਦਾ ਹੈ ਕਿ ਤੇਰੇ ਰਿਸ਼ਤੇਦਾਰ ਚੰਗੇ ਨਹੀਂ ਹਨ ਤੇ ਨਾ ਹੀ ਉਹਨਾਂ ਲੋਕਾਂ ਦਾ ਵਰਤਾਵ ਤੇਰੇ ਪਰਿਵਾਰ ਨਾਲ ਚੰਗਾ ਹੈ। ਤਾਂ ਫਿਰ ਤੇਰੇ ਮਾਤਾ ਪਿਤਾ ਉੱਥੇ ਇਕੱਲੇ ਰਹਿ ਕੇ ਕੀ ਕਰਨਗੇ? ਤੂੰ ਉਹਨਾਂ ਨੂੰ ਬੁਲਾ ਲੈ ਤੇ ਅਸੀਂ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਸਾਹਮਣੇ ਇੱਥੇ ਵਿਆਹ ਕਰਾ ਲਵਾਂਗੇ। ਮੇਰੀ ਪਤਨੀ ਬਬੀਤਾ ਦੇ ਕਹੇ ਹੋਏ ਇਹ ਸ਼ਬਦ ਮੈਨੂੰ ਬਹੁਤ ਹੀ ਚੰਗੇ ਲੱਗ ਰਹੇ ਸੀ। ਮੈਂ ਆਪਣੇ ਮਾਤਾ ਪਿਤਾ ਨੂੰ ਇਹ ਚੰਗੀ ਖਬਰ ਸੁਣਾ ਦਿੱਤੀ। ਮੇਰੇ ਮਾਤਾ ਪਿਤਾ ਦੇ ਆਉਣ ਦਾ ਸਾਰਾ ਖਰਚਾ ਬਬੀਤਾ ਨੇ ਹੀ ਉਠਾਇਆ ਸੀ। ਵੈਸੇ ਵੀ ਉਸਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਹੀ ਫੈਕਟਰੀ ਵਿੱਚ ਕੰਮ ਕਰ ਰਹੀ ਸੀ। 18 ਸਾਲ ਦੀ ਸੀ ਜਦੋਂ ਤੋਂ ਉਹ ਫੈਕਟਰੀ ਵਿੱਚ ਕੰਮ ਕਰ ਰਹੀ ਸੀ ਤੇ ਮੈਨੂੰ ਤਾਂ ਹੁਣੇ ਫੈਕਟਰੀ ਵਿੱਚ ਲੱਗੇ ਹੋਏ 6 ਮਹੀਨੇ ਹੀ ਹੋਏ ਸੀ। ਇਸ ਲਈ ਮੇਰੀ ਤਨਖਾਹ ਉਸ ਤੋਂ ਘੱਟ ਸੀ। ਸ਼ਾਇਦ ਬਬੀਤਾ ਨੂੰ ਆਪਣੀ ਜ਼ਿੰਦਗੀ ਵਿੱਚ ਇਦਾਂ ਦਾ ਮਰਦ ਚਾਹੀਦਾ ਸੀ ਜੋ ਉਸ ਦੇ ਨਾਲ ਚੱਲਦਾ ਹੋਇਆ ਚੰਗਾ ਲੱਗੇ। ਵੈਸੇ ਮੇਰੀ ਉਮਰ 35 ਸਾਲ ਸੀ, ਪਰ ਮੇਰੀ ਕੱਦ ਕਾਠੀ ਤੇ ਸ਼ਾਇਦ ਬਿਲਕੁਲ ਸਹੀ ਸੀ। ਇਸ ਲਈ ਮੈਂ ਵੀ ਘੱਟ ਉਮਰ ਦਾ ਲੱਗਦਾ ਸੀ। ਮੈਂ ਕੋਈ ਆਦਮੀ ਨਹੀਂ, ਬਲਕਿ ਘੱਟ ਉਮਰ ਦਾ ਮੁੰਡਾ ਹੀ ਲੱਗਦਾ ਸੀ। ਬਸ ਪਿੰਡ ਦੇ ਲੋਕਾਂ ਦੀ ਹੀ ਸੋਚ ਇਦਾਂ ਦੀ ਸੀ ਕਿ ਉਹ ਆਪਣੀ ਕੁੜੀ ਮੈਨੂੰ ਨਹੀਂ ਦੇਣਾ ਚਾਹੁੰਦੇ ਸੀ। ਖੈਰ, ਹੁਣ ਤਾਂ ਮੇਰੇ ਕੋਲ ਇੱਕ ਐਵੇਂ ਦੀ ਕੁੜੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਤੇ ਮੇਰੇ ਤੇ ਮਰ ਮਿਟੀ ਸੀ। ਮੈਂ ਆਪਣੇ ਮਾਤਾ ਪਿਤਾ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਬੰਗਾਲ ਬੁਲਾ ਲਿਆ ਸੀ। ਇਹ ਸਭ ਦੇਖ ਕੇ ਤਾਂ ਸਾਡੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ ਸੀ ਕਿ ਮਨੀਸ਼ ਦੀ ਕਿਸਮਤ ਜਾ ਗਈ ਹੈ। ਉਸਨੇ ਬੰਗਾਲੀ ਕੁੜੀ ਨਾਲ ਵਿਆਹ ਕਰਕੇ ਆਪਣੇ ਮਾਤਾ ਪਿਤਾ ਨੂੰ ਵੀ ਉੱਥੇ ਹੀ ਬੁਲਾ ਲਿਆ ਹੈ। ਮੇਰੇ ਮਾਤਾ ਪਿਤਾ ਜਦੋਂ ਇੱਥੇ ਆਏ ਤਾਂ ਉਹਨਾਂ ਦੀ ਮੌਜੂਦਗੀ ਵਿੱਚ ਮੇਰਾ ਵਿਆਹ ਹੋ ਗਿਆ। ਵਿਆਹ ਵਾਲੇ ਦਿਨ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਹਕੀਕਤ ਵਿੱਚ ਹੋ ਰਿਹਾ ਹੈ ਜਾਂ ਫਿਰ ਕੋਈ ਸੁਪਨਾ ਹੈ। ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉਹ ਮੇਰੇ ਤੋਂ ਸਿਰਫ ਪਿਆਰ ਤੇ ਇੱਜ਼ਤ ਚਾਹੁੰਦੀ ਹੈ। ਅੱਜ ਰਾਤ ਦੇ 2 ਵੱਜ ਰਹੇ ਸੀ ਤੇ ਉਹ ਮੇਰੇ ਕਮਰੇ ਵਿੱਚ ਮੇਰੇ ਸਾਹਮਣੇ ਬੈਠੀ ਹੋਈ ਸੀ। ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ। ਉਹ ਕਿਸੇ ਖੂਬਸੂਰਤ ਪਰੀ ਦੀ ਤਰ੍ਹਾਂ ਲੱਗ ਰਹੀ ਸੀ। ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਮਾਸੂਮ ਜਿਹੀ ਮੂਰਤ ਮੇਰੇ ਸਾਹਮਣੇ ਬੈਠੀ ਹੋਵੇ। ਮੈਂ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਕੱਪੜੇ ਵੀ ਮਹਿੰਗੇ ਪਹਿਨ ਰੱਖੇ ਸੀ, ਪਰ ਮੈਂ ਸੀ ਤਾਂ ਇੱਕ ਅਨਪੜ੍ਹ ਹੀ। ਮੇਰੇ ਅਨਪੜ੍ਹ ਹੋਣ ਦਾ ਸਬੂਤ ਇਹ ਸੀ ਕਿ ਮੈਂ ਆਪਣੀ ਪਤਨੀ ਲਈ ਜੋ ਗਿਫਟ ਲਿਆ ਸੀ ਉਸ ਨੂੰ ਮੈਂ ਇੱਕ ਸਿਰਫ ਛੋਟੀ ਜਿਹੀ ਥੈਲੀ ਵਿੱਚ ਰੱਖ ਲਿਆ ਸੀ। ਨਾ ਹੀ ਉਸ ਨੂੰ ਡੱਬੇ ਵਿੱਚ ਰੱਖਿਆ ਤੇ ਨਾ ਹੀ ਉਸ ਨੂੰ ਪੈਕ ਕਰਵਾਇਆ, ਜਦੋਂ ਕਿ ਮੇਰੇ ਕੋਲ ਇੱਕ ਥੈਲੀ ਵਿੱਚ ਅਲੱਗ ਤੋਂ ਪੈਸੇ ਵੀ ਪਏ ਹੋਏ ਸੀ ਜੋ ਮੈਂ ਸਵੇਰੇ ਸਵੇਰੇ ਹੀ ਲੈ ਕੇ ਆਇਆ ਸੀ। ਤੇ ਇਹ ਭੁੱਲ ਗਿਆ ਕਿ ਮੇਰੀ ਪਤਨੀ ਨੂੰ ਤਾਂ ਚੋਕਲੇਟ ਪਸੰਦ ਹੈ। ਉਸ ਨੂੰ ਤਾਂ ਚੋਕਲੇਟ ਤੇ ਟੈਡੀ ਬੀਅਰ ਨਾਲ ਪਿਆਰ ਹੈ, ਜਦੋਂ ਕਿ ਮੈਂ ਉਸ ਲਈ ਪੈਸੇ ਲੈ ਕੇ ਆਇਆ ਹਾਂ। ਤੇ ਮੈਂ ਇੱਕ ਛੋਟਾ ਜਿਹਾ ਜਿਊਲਰੀ ਸੈੱਟ ਵੀ ਉਸ ਦੇ ਲਈ ਲੈ ਲਿਆ ਸੀ। ਵੈਸੇ ਵੀ ਸਾਡੇ ਵਰਗੇ ਲੋਕਾਂ ਦੀ ਫਿਤਰਤ ਕਿਤੇ ਵੀ ਜਾ ਕੇ ਨਹੀਂ ਬਦਲਦੀ। ਮੈਂ ਵੀ ਇਹ ਸੋਚਦੇ ਹੋਏ ਪੈਸੇ ਆਪਣੇ ਕੋਲ ਇਸ ਲਈ ਰੱਖੇ ਸੀ ਕਿ ਉਹ ਜੋ ਚਾਹੇ ਆਪਣੇ ਆਪ ਆਪਣੇ ਲਈ ਲੈ ਲਵੇਗੀ। ਇਹ ਭੁੱਲ ਗਿਆ ਸੀ ਕਿ ਉਸ ਦੇ ਕੋਲ ਤਾਂ ਪਹਿਲਾਂ ਤੋਂ ਹੀ ਬਹੁਤ ਸਾਰੇ ਪੈਸੇ ਹਨ। ਮੇਰੀ ਪਤਨੀ ਦੇ ਹੱਥ ਵਿੱਚ ਪਹਿਲਾਂ ਤੋਂ ਹੀ ਇੱਕ ਛੋਟਾ ਜਿਹਾ ਡੱਬਾ ਮੌਜੂਦ ਸੀ। ਸ਼ਾਇਦ ਉਹ ਵੀ ਮੈਨੂੰ ਕੋਈ ਗਿਫਟ ਦੇਣਾ ਚਾਹੁੰਦੀ ਸੀ। ਜਦੋਂ ਮੈਂ ਉਸ ਦੇ ਹੱਥ ਵਿੱਚ ਉਹ ਗਿਫਟ ਦੇਖਿਆ ਤਾਂ ਆਪਣੇ ਪੈਸੇ ਦੇਣ ਦਾ ਇਰਾਦਾ ਬਦਲ ਲਿਆ। ਸੋਚਿਆ ਕਿ ਉਸ ਨੂੰ ਪੈਸੇ ਨਹੀਂ ਦੇਵਾਂਗਾ, ਪਰ ਉਹ ਮੇਰੇ ਹੱਥਾਂ ਵਿੱਚ ਥੈਲੀ ਦੇਖ ਚੁੱਕੀ ਸੀ, ਜਿਨ੍ਹਾਂ ਵਿੱਚੋਂ ਇੱਕ ਵਿੱਚ ਜਿਊਲਰੀ ਸੈੱਟ ਸੀ ਤੇ ਦੂਜੇ ਵਿੱਚ ਪੈਸੇ ਸੀ। ਉਹ ਮੈਨੂੰ ਪੁੱਛਣ ਲੱਗੀ, ਮਨੀਸ਼, ਇਸ ਵਿੱਚ ਕੀ ਹੈ? ਉਸਨੇ ਮੈਨੂੰ ਪੁੱਛਿਆ ਤਾਂ ਮੈਂ ਉਸ ਨੂੰ ਦੱਸ ਦਿੱਤਾ ਕਿ ਇਹ ਮੈਂ ਤੈਨੂੰ ਦੇਣ ਵਾਲਾ ਸੀ। ਮੈਂ ਜਿਊਲਰੀ ਸੈੱਟ ਤਾਂ ਉਸ ਨੂੰ ਦੇ ਦਿੱਤਾ ਜੋ ਉਸ ਨੂੰ ਪਸੰਦ ਆਇਆ, ਪਰ ਉਹ ਦੂਜੀ ਥੈਲੀ ਲਈ ਮੈਂ ਕਿਹਾ ਕਿ ਇਸ ਨੂੰ ਤੂੰ ਕਿਤੇ ਰੱਖ ਦੇ, ਇਸ ਨੂੰ ਮੈਂ ਤੇਰੇ ਤੋਂ ਸਵੇਰੇ ਲੈ ਲਵਾਂਗਾ। ਤਾਂ ਬਬੀਤਾ ਕਹਿਣ ਲੱਗੀ ਕਿ ਮੈਨੂੰ ਤਾਂ ਲੱਗਿਆ ਕਿ ਤੂੰ ਮੇਰੇ ਲਈ ਕੋਈ ਸਪੈਸ਼ਲ ਗਿਫਟ ਲੈ ਕੇ ਆਇਆ ਹੈ। ਉਹ ਜਿਊਲਰੀ ਸੈੱਟ ਵੀ ਸਿਰਫ ਮਾਮੂਲੀ ਜਿਹਾ ਸੀ। ਉਸ ਨੂੰ ਚੰਗਾ ਤਾਂ ਲੱਗਿਆ ਸੀ, ਪਰ ਉਹ ਉਸ ਨੂੰ ਦੇਖ ਕੇ ਜ਼ਿਆਦਾ ਖੁਸ਼ ਨਹੀਂ ਹੋਈ ਸੀ। ਮੈਂ ਕਿਹਾ, ਮਾਫ਼ ਕਰਨਾ ਬਬੀਤਾ, ਮੈਂ ਆਪਣੇ ਮਾਤਾ ਪਿਤਾ ਦੀ ਵਜ੍ਹਾ ਨਾਲ ਸ਼ਾਇਦ ਇਹ ਸਭ ਕੁਝ ਭੁੱਲ ਗਿਆ ਸੀ ਕਿ ਮੈਨੂੰ ਤੈਨੂੰ ਕੋਈ ਸਪੈਸ਼ਲ ਸਰਪ੍ਰਾਈਜ਼ ਵੀ ਦੇਣਾ ਹੈ, ਪਰ ਮੈਂ ਤੈਨੂੰ ਕੱਲ ਇਸ ਤੋਂ ਵੀ ਚੰਗਾ ਗਿਫਟ ਲਿਆ ਕੇ ਦਊਂਗਾ ਜੋ ਤੈਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ। ਲਿਆ ਕੇ ਨਹੀਂ ਦਊਂਗਾ, ਬਲਕਿ ਤੈਨੂੰ ਉਸ ਗਿਫਟ ਕੋਲ ਜਾਣਾ ਪਵੇਗਾ। ਉਹ ਮੇਰੀ ਚਿਕਨੀ ਚੋਪੜੀ ਗੱਲਾਂ ਵਿੱਚ ਆ ਗਈ ਸੀ ਤੇ ਉਸ ਦੀ ਨਾਰਾਜ਼ਗੀ ਵੀ ਦੂਰ ਹੋ ਗਈ ਤੇ ਉਹ ਸਭ ਕੁਝ ਭੁੱਲ ਕੇ ਮੇਰੇ ਗਿਫਟ ਬਾਰੇ ਸੋਚਣ ਲੱਗੀ।
मैं गद्दे थल्ले हत्थ वधाया ते उसनूं कहा कि ये सारे पैसे गद्दे थल्ले रख रहा हाँ। उदों उसका चेहरा उतर गया। इदां लग रहा सी जिवें वो नहीं चाहुंदी सी कि मैं गद्दे थल्ले समान रखां। वो शायद मैनू अपने कोल नहीं आउण देवेगी। तां इस विआह दा की मकसद होएगा? वरना मेरा हत्थ अगे वधाउण ते वो मैनू अजीब नज़रां नाल नहीं देखदी। मेरे दिल विच हज़ारां सवाल आ रहे सी। बबीता कहण लगी, ये तू की कर रहा है? गद्दे थल्ले क्यों रख रहा है? उसने मुस्कुरा के मैनू पूछा। मैं कहा, तां फिर कित्थे रखां? तां वो कहण लगी, लिया मैं इसनूं अपनी अलमारी विच रख दिंदी हाँ। उसने मुस्कुरा के जवाब दिता ते उसने अपनी अलमारी नूं खोल के उस विच रख दिते। मैं कदों सो गया मैनू कुछ पता ही नहीं चलिया। सच दस्सां तां मैनू याद ही नहीं कि मैं कदों सो गया। जदों मैं सवेरे उठा तां मेरी पत्नी मेरे सामने बैठी हुई सी ते वो मुस्कुराउंदे होए मैनू देख रही सी ते मैनू कहण लगी, जल्दी उठ मनीष, बहुत देर हो रही है ते सानू फैक्ट्री भी तां जाना है। सारे लोग साडा उत्थे इंतजार कर रहे होणगे। तेरे माता पिता भी यही सोचणगे कि मैं उन्हां दे मुंडे नूं उन्हां तो खो लिया। तां चल जल्दी उठ, पहलां ही बहुत देर हो गई है। उसने ये कह के गद्दे दे चारे पासे दे कोनिਆਂ नूं चंगी तरह नाल चादर नाल दबा दिता। मैं बाथरूम विच चला गया। मैनू अपनी पत्नी बबीता दा सुभाਅ बहुत ही अजीब लग रहा सी। इदां लग रहा सी जिवें वो मेरे तो कुछ लुकाउण दी कोशिश कर रही है। मैं बाथरूम तो वापस आया तां वो बैड ते ही बैठी हुई सी। जिवें ही मेरी नज़र उस ते पई तां वो हैरान होके बैड ते लंबी पै गई। इदां लग रहा सी जिवें वो अपनी चोरी फड़ी जाण दे डर तो मेरे तो कुछ लुको रही है। मैं उसनूं पुछया भी, बबीता की है इन्हां गद्दियां थल्ले? तां बबीता कहण लगी, गद्दियां थल्ले तां कुछ भी नहीं है। मैं तुहाडे तो की छुपाऊंगी? मैं की इस थल्ले कोई गलत चीज़ रखूंगी या फिर मेरे कोल कोई खजाना है जो मैं गद्दियां थल्ले दबा के रखूंगी? जिवें ही मैं पिछे मुड़िया ते तैयार होण लग्या तां अचानक ही वो खड़ी हो गई ते उसने जल्दी नाल गद्दे थल्लों कुछ कढ़िया ते तुरंत उसनूं अलमारी दे अंदर रख के अलमारी नूं जिंदा लगा दिता। हुण मैं शक विच पै गया सी कि जे बबीता मेरे तो कुछ छुपा नहीं रही है तां फिर उसने अलमारी विच की चीज़ रखी है ते फिर ताला क्यों लगाया है? ये गल मेरे दिमाग विच घूम रही सी। असीं लोग इकट्ठे घर तो निकल गए ते अपनी फैक्ट्री विच जाके काम करन विच व्यस्त हो गए। रात किवें हो गई पता ही नहीं चलिया। दिन पर असीं अपनी फैक्ट्री विच काम कीता। फिर रात के 8 बजे असीं लोग अपने माता पिता कोल गए। वो भी सानू देख के बहुत खुश हो गए सी। मेरी पत्नी ने अपने किसी जानन वाले तो एक छोटा जिहा घर किराए ते ले लिया सी जिस विच मेरे माता पिता ठहरे हुए सी, क्योंकि वो साडे नाल उस घर विच नहीं रह सकते सी जिस घर विच असीं रहिंदे सी। वो मेरी पत्नी का घर सी ते वो भी बहुत छोटा सी। उस विच सिर्फ एक कमरा ते एक छोटा जिहा विहड़ा सी। अगले दिन मैं किसी काम तो घर तो बाहर निकलिया तां रस्ते विच मैनू मेरा पंजाब विच रहण वाला एक दोस्त मिल गया। बंगाल विच किसी काम तो आया होया सी। मैं जदों उसनूं मिलिया तां मैं उसनूं उसदा हाल चाल पुछया ते वो भी मेरे नाल गल करन लग्या। उसनूं मेरे विआह बारे भी पता सी। असीं दोवें बैठ के एक चाह दे होटल विच गल करन लगे। वो मैनू अजीबो गरीब गल पुछण लग्या। उसने विआह वाली रात बारे मेरे नाल मजाक ते गल करनी शुरू की। मैं उसनूं सख्ती नाल मना किया कि मैं इदां दी गल हसी मजाक दे लई नहीं करना चाहुंदा। मैं ते मेरी पत्नी दो शरीर एक आत्मा हाँ ते असीं एक दूजे की इज्जत करते हाँ। वो कहण लग्या, तू तां बहुत ही बदल गया है। ये बंगाल दी कुड़ी है, होशियार रहना। मैं उसकी गल सुन के चुकन्ना हो गया। की मतलब है तेरा ते किस चीज़ तो होशियार रहा? उसने कहा, बस एवें ही दस रहा हाँ, किसी भी चीज़ तो होशियार रहना। उसकी गल सुन के मैं गद्दे वाली वो गल अपने दोस्त नूं दस दी, क्योंकि मैं ये गल तां नहीं लुका सकता सी। इस विच एवें दी कोई शर्म वाली गल नहीं सी जो मैनू ये गल उसनूं दस्सण तो रोक दी। मेरी गल सुन के मेरा दोस्त अचानक उछल पिया ते कहण लग्या, तू ठीक कह रहा है। तेरी पत्नी जरूर गद्दे थल्ले कुछ रखदी होवेगी ते फिर गद्दे नूं भी तैनूं हटाउण तो मना करदी होवेगी। मैं अपने दोस्त नूं कहा, हाँ इदां ही करदी है। तू ठीक कह रहा है। शायद ये मेरा वहम भी हो सकता है, पर मैनू एवें ही लग रहा है, अगे दा पता नहीं। तां मेरा दोस्त कहण लग्या, चल तू इस तो पहला अपनी पत्नी ते शक करे 2-3 दिन होर इस गल की सच्चाई का पता लगा लगे कि वह हर रात नूं इदां ही करदी है, जां फिर तैनूं ही लगता है।
मैं उसनूं कहा, चल ठीक है, मैं किसी दिन गद्दा ही उठा के देखूंगा कि आखिर वो उस थल्ले की रखती है। ते वो रात नूं भी सौण तो पहला बहुत अजीब जही हरकत करती है। मैं अपने दोस्त नूं दस्सिया। उसने कहा, ठीक है, तू 2-3 दिन उसनूं अजमा के देख, उसदे बाद ही तू किसी नतीजे ते पहुंच सकता है। रात होई तां मैनूं किसी होर चीज़ तो ज़्यादा ध्यान बबीता दे उस वर्ताव विच सी कि वो गद्दे थल्ले की रखती है। फिर उही होया। रात होई तां बबीता दा वर्ताव अजीब जिहा हो गया। बाकी सारी गल तां वो मेरी मंदी ही सी, किसी चीज़ ते उसनूं कोई इतराज़ नहीं सी, पर गद्दे नाल उही राज रख रही सी। गद्दा तां वो एवें चादर नाल दबा रही सी जिवें उस थल्ले कोई खजाना है, ते वो अपनी साइड दे गद्दे नाल ही इदां करदी सी। मैनूं कहण लगी, मनीष इधर हो के लेट, ये की कर रहा है। उसने मैनू अपनी जगह तो पीछे हटा दिता ते कहण लगी, मैं देख रही हाँ कि तू मेरी जगह ते लेटण की कोशिश कर रहा है, बहाने नाल गद्दे थल्ले देखना चाहता है। प्लीज़ तू इदां ना कर, मैं तेरी पत्नी हाँ ते मैनू तेरे नालों ज़्यादा घर की सफाई का ध्यान रहिंदा है। मेरी साइड का बिस्तर बिल्कुल ठीक है। वो फिर मेरे सराहने कोल आके लेट गई ते मेरी बांह ते अपना सिर रख लिया। मैं मजबूर सी। शुरू विच इंसान इन्ना कंफर्टेबल तां नहीं हुंदा कि एक दूजे नाल हर गल करे। मैं भी खामोश हो गया ते इस तरह नाल वो मेरी बांह ते सिर रख के सो गई ते मैं भी सो गया। मैं सवेरे उठ्या तां मैनू फिर याद नहीं सी कि की होया। मेरी पत्नी ने किस तरह समान गद्दे थल्लों कढ़िया ते अलमारी विच रख दिता ते अलमारी नूं ताला लगा दिता। हुण तां इस गल दा पता लग चुकिया सी कि वो जरूर गद्दे थल्ले कुछ रखदी है ते फिर रख के मेरे तो लुकाउंदी भी है। अगले दिन मैं अपने दोस्त नूं फैक्ट्री दे बाहर बुला लिया ते अपने दोस्त संजीव नूं ये गल दस दित्ती तां उसने कहा कि जरूर तेरी पत्नी दा कोई ना कोई मकसद होवेगा। हुण तैनूं उसदी सच्चाई दा पता लगाना ही होवेगा कि वो गद्दे थल्ले की रखदी है ते क्यों रखदी है। उसदी वजह भी तैनूं पता लगाउणी ही चाहिदी है। देख, पहलां तां मैनूं शक हो गया सी कि एक कुड़ी जिस दे कोल रब दा दिता सब कुछ है, वो तेरे नाल ही विआह क्यों करा रही है, ते फिर वो भी इन्नी घट उम्र दी कुड़ी। वो किसी होर मुंडे नाल भी तां विआह करा सकदी सी। जरा सोच तां सही, तेरे विच इदां दी की खास चीज़ है कि उसने तेरे नाल ही विआह किता। वो कुछ होर तां नहीं करन जा रही। संजीव दी गल मैनूं डरा रही सी। मैं उसनूं कहा, तेरा की मतलब है कि वो मेरे नाल की करेगी, तू एवें क्यों कह रहा है। संजीव मेरी गल सुन के सोचण वाले अंदाज विच कहण लग्या, देख मनीष, मैं तैनूं बेवजह दे शक विच नहीं पाउणा चाहता, पर एक गल तां सच है जो मैनूं नज़र आ रही है। तैनूं खुद भी अजीब लगता है कि वो जरूर तेरे बैड दे गद्दे थल्ले सौण तो पहला कुछ रखदी है जिसनूं वो सवेरे कढ लैंदी है। हुण ये तां तेरे ते लागू हुंदा है कि तू उस चीज़ नूं किस तरह नाल लभे, क्योंकि जे फिर कोई गल होई तां फिर तेरा जिम्मेदार कौन होवेगा। हुण तां तू अपने माँ बाप नूं भी इत्थे बुला चुकिया है। ये सोच कि ये कुड़ी 1 महीना पहला तेरे लिए बिल्कुल अजनबी सी। अज तू इस कुड़ी नाल एक कमरे विच रह रहा है, खा रहा है, पी रहा है, घूम रहा है, अपने होश खो रहा है। की पता वो कुड़ी कौन है ते तेरे नाल की करना चाह रही है। तू होश विच आ। एकदम नाल किसे ते इन्ना ज़्यादा भरोसा नहीं करना चाहिए। ते फिर तेरे सिर ते तां हाले तेरे माता पिता दी भी तां जिम्मेवारी है। तू इकल्ला तां नहीं है। संजीव ने मैनू चंगे खासे शक विच पा दिता सी। अज मैं सोचा कि मैं एक पति होने के नाते अपने इस रिश्ते नूं इस्तेमाल करूँगा ते जबरदस्ती घर जाके गद्दे नूं उठा के देखूंगा कि वो उस थल्ले की रखती है, क्योंकि इदां तां नहीं हो सकता कि वो मैनू एक गल तो रोज़ मना कर दे ते मैं उसके कहण ते रुकदा ही चलिया जावां। पति पत्नी विच तां कोई राज नहीं होना चाहिए। अज मैं अपने दिल विच इरादा कर लिया सी कि मैं घर जांदे ही गद्दा उठा के रहूँगा। जदों मैं पीछे पलट के देखा तां मेरी जान ही निकल गई। मैं देखा कि मेरी पत्नी उत्थे ही मेरे ही पीछे खड़ी हुई सारी गल सुन रही सी। मैनू उसनूं देख के बहुत शर्मिंदगी महसूस हो रही सी कि मेरे तो कितनी वड्डी गलती हो गई। वो मेरे बारे की सोच रही होएगी। मैं दिल ही दिल विच पछता रहा सी। मेरी पत्नी मेरा सारा प्लान जान चुकी सी। हुण मैं अपनी पत्नी नूं ये भी नहीं कह सकता सी कि तू गद्दे थल्ले की रखदी है। जे इदां करदा तां बहुत ही गिरिया होया इंसान लगता। जिवें उसके चेहरे दे एक्सप्रैशन सी, उस तो इदां ही लगता सी जिवें मेरी पत्नी नूं इस गल ते बहुत गुस्सा आया है।
ਤੇ ਉਸ ਨੂੰ ਮੇਰੇ ਤੇ ਬਹੁਤ ਅਫਸੋਸ ਹੋ ਰਿਹਾ ਹੈ ਕਿ ਮੈਂ ਕਿੰਨਾ ਬੇਗੈਰਤ ਇਨਸਾਨ ਹਾਂ ਜੋ ਆਪਣੇ ਦੋਸਤ ਨਾਲ ਆਪਣੀ ਹੀ ਪਤਨੀ ਦੀ ਬੁਰਾਈ ਕਰ ਰਿਹਾ ਹਾਂ। ਮੇਰੇ ਦੋਸਤ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਆਪਣੀ ਪਤਨੀ ਦੇ ਸਾਹਮਣੇ ਸ਼ਰਮਿੰਦਾ ਹੋ ਰਿਹਾ ਹਾਂ। ਮੇਰੇ ਦੋਸਤ ਨੇ ਕਿਹਾ, ਤੂੰ ਵੀ ਕਿੰਨਾ ਪਾਗਲ ਇਨਸਾਨ ਹੈ। ਜੇ ਉਸ ਨੂੰ ਪਤਾ ਚੱਲ ਵੀ ਗਿਆ ਕਿ ਤੂੰ ਮੈਨੂੰ ਇਹ ਗੱਲ ਕਹੀ ਹੈ ਤਾਂ ਤੈਨੂੰ ਉਸ ਤੇ ਭਰੋਸਾ ਕਰਨਾ ਚਾਹੀਦਾ, ਬਜਾਏ ਪਰੇਸ਼ਾਨ ਹੋਣ ਦੇ। ਤੂੰ ਇੱਕ ਕੰਮ ਕਰਨਾ, ਘਰ ਜਾਂਦੇ ਹੀ ਗੱਦਾ ਬੈੱਡ ਤੋਂ ਹਟਾ ਕੇ ਦੇਖਣਾ ਤੇ ਕਹਿਣਾ ਕਿ ਮੈਨੂੰ ਬਸ ਇਹੀ ਜਾਣਨਾ ਸੀ ਕਿ ਗੱਦੇ ਥੱਲੇ ਕੀ ਹੈ। ਤੂੰ ਜੇ ਇਸ ਗੱਲ ਤੋਂ ਡਰਨ ਲੱਗੇਗਾ ਤਾਂ ਤੇਰੇ ਲਈ ਹੋਰ ਮੁਸ਼ਕਲ ਹੋ ਜਾਵੇਗਾ, ਕਿਉਂਕਿ ਔਰਤ ਦੇ ਸਾਹਮਣੇ ਤੂੰ ਜਿੰਨਾ ਦਬ ਕੇ ਰਹੇਗਾ ਉਹ ਤੈਨੂੰ ਓਨਾ ਹੀ ਦਬਾਉਂਦੀ ਚਲੀ ਜਾਵੇਗੀ। ਦੋਸਤ ਦੀ ਗੱਲ ਵੀ ਸਹੀ ਸੀ, ਪਰ ਮੈਂ ਇਸ ਅਹਿਸਾਨ ਵਿੱਚ ਦੱਬਿਆ ਹੋਇਆ ਸੀ ਕਿ ਉਹ ਬੰਗਾਲੀ ਹੈ। ਉਸਨੇ ਮੇਰੇ ਨਾਲ ਵਿਆਹ ਕਰਾ ਲਿਆ, ਮੇਰੇ ਮਾਤਾ ਪਿਤਾ ਨੂੰ ਵੀ ਇੱਥੇ ਬੁਲਾ ਲਿਆ। ਜੇ ਮੈਂ ਵੀ ਬਰਾਬਰੀ ਹੀ ਕਰਦਾ ਤਾਂ ਉਸਨੇ ਮੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ ਸੀ। ਜੇ ਉਹ ਬੰਗਾਲ ਤੋਂ ਸੀ ਤੇ ਅਮੀਰ ਪਰਿਵਾਰ ਤੋਂ ਸੀ, ਪਰ ਵਿਆਹ ਤਾਂ ਉਸਨੇ ਆਪਣੀ ਪਸੰਦ ਦਾ ਹੀ ਕੀਤਾ ਸੀ। ਇਦਾਂ ਤਾਂ ਨਹੀਂ ਸੀ ਕਿ ਮੈਂ ਉਸ ਨੂੰ ਪਸੰਦ ਲਈ ਮਜਬੂਰ ਕੀਤਾ ਹੋਵੇ ਜਾਂ ਵਿਆਹ ਲਈ ਜ਼ਬਰਦਸਤੀ ਕੀਤੀ ਹੋਵੇ। ਮੈਂ ਜ਼ਬਰਦਸਤੀ ਕਰਕੇ ਵੀ ਕਿੱਥੇ ਜਾ ਸਕਦਾ ਸੀ, ਕਿਉਂਕਿ ਮੇਰੀ ਇੰਨੀ ਔਕਾਤ ਨਹੀਂ ਸੀ। ਪਰ ਜੇ ਉਹ ਮੈਨੂੰ ਪਤੀ ਦੇ ਤੌਰ ਤੇ ਸਵੀਕਾਰ ਕਰ ਚੁੱਕੀ ਸੀ ਤਾਂ ਹੁਣ ਉਸ ਨੂੰ ਮੇਰੇ ਤੋਂ ਕੋਈ ਵੀ ਗੱਲ ਨਹੀਂ ਲੁਕਾਉਣੀ ਚਾਹੀਦੀ ਸੀ। ਮੇਰੇ ਦੋਸਤ ਨੇ ਜਦੋਂ ਇਹ ਸਾਰੀ ਗੱਲ ਮੈਨੂੰ ਸਮਝਾਈ ਤਾਂ ਮੈਂ ਵੀ ਤਸੱਲੀਮੰਦ ਹੋ ਗਿਆ। ਮੈਂ ਸੋਚ ਲਿਆ ਕਿ ਹੁਣ ਮੈਂ ਉਸ ਨਾਲ ਸਾਫ਼-ਸਾਫ਼ ਗੱਲ ਕਰੂੰਗਾ। ਮੇਰਾ ਦੋਸਤ ਚਲਾ ਗਿਆ ਤੇ ਮੈਂ ਫੈਕਟਰੀ ਦੇ ਅੰਦਰ ਚਲਾ ਗਿਆ। ਸ਼ਾਮ ਨੂੰ ਜਦੋਂ ਅਸੀਂ ਪਤੀ ਪਤਨੀ ਘਰ ਆਏ ਤਾਂ ਮੇਰੇ ਅੰਦਾਜ਼ ਕੁਝ ਬਦਲੇ ਹੋਏ ਸੀ। ਮੇਰੀ ਪਤਨੀ ਨੇ ਮੈਨੂੰ ਦੇਖਿਆ ਤਾਂ ਕੁਝ ਵੀ ਨਹੀਂ ਬੋਲੀ। ਥੋੜੀ ਦੇਰ ਦੇ ਬਾਅਦ ਕਹਿਣ ਲੱਗੀ, ਕੀ ਹੋਇਆ, ਤੁਸੀਂ ਕੁਝ ਪਰੇਸ਼ਾਨ ਲੱਗ ਰਹੇ ਹੋ। ਮੈਂ ਘਬਰਾ ਗਿਆ। ਮੈਂ ਕਿਹਾ, ਮੈਂ ਪਰੇਸ਼ਾਨ ਤਾਂ ਨਹੀਂ ਹਾਂ, ਪਰ ਹੈਰਾਨ ਜ਼ਰੂਰ ਹਾਂ ਤੇ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੂੰ ਗੱਦੇ ਥੱਲੇ ਕੀ ਰੱਖਦੀ ਹੈ। ਤਾਂ ਉਹ ਕਹਿਣ ਲੱਗੀ, ਮੈਂ ਸਭ ਕੁਝ ਸੁਣ ਲਿਆ ਹੈ। ਤੁਸੀਂ ਆਪਣੇ ਦੋਸਤ ਨੂੰ ਜੋ ਵੀ ਕਿਹਾ, ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋਣ ਦੀ ਬਜਾਏ ਆਪਣੀ ਗੱਲ ਤੇ ਹੀ ਡਟ ਗਿਆ। ਮੈਂ ਕਿਹਾ, ਹਾਂ ਤੂੰ ਸਹੀ ਸੁਣਿਆ ਹੈ। ਆਖਰ ਇਸ ਵਿੱਚ ਬੁਰਾ ਹੀ ਕੀ ਹੈ। ਤੂੰ ਮੈਨੂੰ ਖੁਦ ਦੱਸ ਦੇ ਕਿ ਤੂੰ ਗੱਦੇ ਥੱਲੇ ਕੀ ਰੱਖਦੀ ਹੈ। ਇਸ ਕਮਰੇ ਵਿੱਚ ਜੋ ਕੁਝ ਵੀ ਹੈ, ਕੀ ਉਸ ਤੇ ਮੇਰਾ ਹੱਕ ਨਹੀਂ ਹੈ। ਮੇਰੀ ਪਤਨੀ ਹੱਸ ਕੇ ਕਹਿਣ ਲੱਗੀ, ਅਰੇ ਤੈਨੂੰ ਕਿਸਨੇ ਕਿਹਾ ਕਿ ਤੂੰ ਗੱਦੇ ਥੱਲੇ ਨਾ ਦੇਖ। ਮੈਂ ਤਾਂ ਬੇਵਜ੍ਹਾ ਤੇਰੇ ਤੋਂ ਲੁਕੋ ਰਹੀ ਸੀ, ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਨਾ ਐਦਾਂ ਦੀ ਗੱਲ ਕਰਨਾ। ਆ ਤੂੰ ਖੁਦ ਦੇਖ ਲੈ ਗੱਦੇ ਨੀਚੇ ਕੀ ਹੈ। ਮੇਰੀ ਪਤਨੀ ਨੇ ਇੱਕਦਮ ਹੀ ਬੈੱਡ ਦਾ ਗੱਦਾ ਹਟਾਇਆ ਤੇ ਉਸ ਦੇ ਬਾਅਦ ਗੱਦਾ ਹਟਾ ਕੇ ਜ਼ਮੀਨ ਤੇ ਰੱਖ ਦਿੱਤਾ। ਬੈੱਡ ਪੂਰੀ ਤਰ੍ਹਾਂ ਨਾਲ ਖਾਲੀ ਪਿਆ ਹੋਇਆ ਸੀ। ਸੱਚ ਵਿੱਚ ਇਸ ਥੱਲੇ ਤਾਂ ਕੁਝ ਵੀ ਨਹੀਂ ਸੀ। ਮੈਂ ਆਪਣੀ ਪਤਨੀ ਨੂੰ ਕਿਹਾ, ਹਾਂ ਤੂੰ ਰਾਤ ਨੂੰ ਜ਼ਰੂਰ ਕੁਝ ਰੱਖਦੀ ਹੈ, ਝੂਠ ਨਾ ਬੋਲ। ਉਹ ਕਹਿਣ ਲੱਗੀ, ਮਨੀਸ਼ ਦੇਖ, ਮੈਨੂੰ ਝੂਠ ਬੋਲਣ ਦੀ ਆਦਤ ਵੀ ਨਹੀਂ ਹੈ। ਜੇ ਮੈਂ ਗੱਦੇ ਥੱਲੇ ਕੁਝ ਰੱਖੂੰਗੀ ਤਾਂ ਤੈਨੂੰ ਕਿਉਂ ਨਹੀਂ ਦੱਸੂੰਗੀ। ਚੱਲ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਅਗਲੀ ਵਾਰ ਜਦੋਂ ਰੱਖੂਗੀ ਤੂੰ ਖੁਦ ਦੇਖ ਲੈਣਾ ਤੇ ਉਸ ਸਮੇਂ ਮੈਨੂੰ ਪੁੱਛ ਵੀ ਲੈਣਾ ਕਿ ਮੈਂ ਕੀ ਰੱਖਦੀ ਹਾਂ ਤੇ ਕਿਉਂ ਰੱਖਦੀ ਹਾਂ। ਮੈਂ ਕਿਹਾ, ਚੱਲ ਚੰਗਾ ਹੈ, ਉਮੀਦ ਹੈ ਕਿ ਤੂੰ ਮੇਰੇ ਤੋਂ ਕੁਝ ਲੁਕਾਏਗੀ ਨਹੀਂ। ਉਸ ਦਿਨ ਤੇ ਉਸ ਦਿਨ ਦੇ ਕੁਝ ਦਿਨ ਬਾਅਦ ਤੱਕ ਸਾਡੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਤੇ ਮੈਨੂੰ ਕਮਰੇ ਵਿੱਚ ਆਉਂਦੇ ਹੀ ਨੀਂਦ ਆ ਜਾਂਦੀ ਸੀ। ਇੰਨੀ ਤੇਜ਼ ਨੀਂਦ ਆਉਂਦੀ ਸੀ ਕਿ ਜਦੋਂ ਮੇਰੀ ਅੱਖ ਖੁੱਲਦੀ ਤਾਂ ਸਵੇਰ ਹੋ ਜਾਂਦੀ ਸੀ ਤੇ ਮੈਂ ਇਹੀ ਸੋਚਦਾ ਰਹਿ ਜਾਂਦਾ ਕਿ ਆਖਰ ਮੈਂ ਰਾਤ ਕਦੋਂ ਤੇ ਕਿਵੇਂ ਗੁਜ਼ਾਰੀ। ਮੈਨੂੰ ਤਾਂ ਇਹ ਵੀ ਨਹੀਂ ਯਾਦ ਸੀ ਕਿ ਨੀਂਦ ਕਿਵੇਂ ਆਈ। ਮੈਨੂੰ ਤਾਂ ਇਹ ਵੀ ਨਹੀਂ ਯਾਦ ਕਿ ਜਦੋਂ ਮੈਂ ਘਰ ਆਇਆ ਤਾਂ ਮੈਂ ਰਾਤ ਦਾ ਖਾਣਾ ਕਦੋਂ ਖਾਧਾ ਤੇ ਮੈਂ ਕੀ ਖਾਧਾ। ਹੁਣ ਮੈਨੂੰ ਪਰੇਸ਼ਾਨੀ ਹੋਣ ਲੱਗੀ ਸੀ। ਮੈਂ ਕਿਸੇ ਕੀਮਤ ਤੇ ਵੀ ਆਪਣੇ ਨਾਲ ਇਦਾਂ ਦਾ ਵਰਤਾਵ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮੈਨੂੰ ਪਤਾ ਲਗਾਉਣਾ ਹੀ ਸੀ ਕਿ ਆਖਰ ਕਮਰੇ ਵਿੱਚ ਆਉਂਦੇ ਹੀ ਮੇਰੇ ਤੇ ਨੀਂਦ ਕਿਉਂ ਸਵਾਰ ਹੋ ਜਾਂਦੀ ਹੈ। ਮੈਂ ਸੋਚਿਆ ਕਿ ਸ਼ਾਇਦ ਮੇਰੀ ਪਤਨੀ ਮੈਨੂੰ ਚਾਹ ਵਿੱਚ ਕੁਝ ਮਿਲਾ ਕੇ ਦੇ ਰਹੀ ਹੋਵੇਗੀ ਜਾਂ ਮੇਰੇ ਨਾਲ ਕੁਝ ਇਦਾਂ ਕਰ ਰਹੀ ਹੈ ਜਿਸ ਨਾਲ ਮੈਨੂੰ ਨੀਂਦ ਆ ਜਾਂਦੀ ਹੈ ਤੇ ਮੈਂ ਗੂੜੀ ਨੀਂਦ ਵਿੱਚ ਸੋ ਜਾਂਦਾ ਹਾਂ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਪਤਾ ਲਗਾ ਸਕਾਂ ਆਖਰ ਮੇਰੇ ਨਾਲ ਹੁੰਦਾ ਕੀ ਹੈ, ਪਰ ਮੈਂ ਇਸ ਕੋਸ਼ਿਸ਼ ਵਿੱਚ ਨਾਕਾਮ ਰਿਹਾ। ਮੈਂ ਸਾਵਧਾਨ ਰਹਿੰਦਾ ਕਿ ਮੈਂ ਆਪਣੀ ਪਤਨੀ ਹੱਥੋਂ ਕੁਝ ਵੀ ਨਾ ਖਾਵਾਂ ਪੀਵਾਂ। ਬਲਕਿ ਇੱਕ ਦਿਨ ਤਾਂ ਇਦਾਂ ਹੋਇਆ ਕਿ ਮੈਂ ਬਾਜ਼ਾਰ ਤੋਂ ਹੀ ਖਾਣਾ ਲੈ ਕੇ ਆ ਗਿਆ ਸੀ ਤੇ ਅਸੀਂ ਦੋਵਾਂ ਨੇ ਉਹੀ ਖਾਣਾ ਖਾਧਾ। ਉਸ ਦਿਨ ਵੀ ਮੈਂ ਜਦੋਂ ਕਮਰੇ ਦੇ ਅੰਦਰ ਦਾਖਲ ਹੋਇਆ ਤਾਂ ਆਉਂਦੇ ਹੀ ਮੇਰੇ ਤੇ ਨੀਂਦ ਸਵਾਰ ਹੋਣ ਲੱਗੀ। ਪਰ ਇਸ ਸਭ ਵਿੱਚ ਚੰਗੀ ਗੱਲ ਇਹ ਹੋਈ ਸੀ ਕਿ ਉਸ ਦਿਨ ਸਵੇਰ ਦੇ 6 ਵਜੇ ਹੀ ਮੇਰੀ ਅੱਖ ਖੁੱਲ ਗਈ ਸੀ। ਸਵੇਰ ਨੂੰ ਜਦੋਂ ਮੈਂ ਉੱਠਦਾ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਸੀ। ਫਿਰ ਰਾਤ ਨੂੰ ਕਿਸੇ ਵੀ ਗੱਲ ਬਾਰੇ ਮੈਂ ਸੋਚ ਹੀ ਨਹੀਂ ਪਾਉਂਦਾ ਸੀ। ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੰਮ ਤੇ ਹੀ ਧਿਆਨ ਦਿਆ ਕਰਦਾ ਸੀ ਤੇ ਮੇਰੀ ਪਤਨੀ ਵੀ ਐਵੇਂ ਹੀ ਸੀ। ਉਹ ਮੇਰੇ ਨਾਲ ਫੈਕਟਰੀ ਜਾਂਦੀ ਸੀ
ਤੇ ਆਪਣੇ ਕੰਮ ਵਿੱਚ ਵਿਅਸਤ ਹੋ ਜਾਂਦੀ ਸੀ ਤੇ ਰਾਤ ਨੂੰ ਘਰ ਵਿੱਚ ਆਉਂਦੇ ਹੀ ਉਹ ਸਾਡੇ ਦੋਵਾਂ ਲਈ ਖਾਣਾ ਬਣਾਉਂਦੀ ਸੀ। ਮੈਂ ਵੀ ਕਦੇ-ਕਦੇ ਉਸ ਨਾਲ ਕੰਮ ਵਿੱਚ ਹੱਥ ਵਟਾ ਦਿਆ ਕਰਦਾ ਸੀ। ਆਖਰ ਮੈਂ ਆਪਣੀ ਪਤਨੀ ਤੋਂ ਪੁੱਛਣ ਤੇ ਮਜਬੂਰ ਹੀ ਹੋ ਗਿਆ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਤੇ ਮੁਹੱਬਤ ਨਾਲ ਪੁੱਛਿਆ ਕਿ ਮੇਰੀ ਜਾਨ, ਮੈਨੂੰ ਦੱਸ ਦੇ, ਕੀ ਤੂੰ ਇਦਾਂ ਦਾ ਕੀ ਜਾਦੂ ਕਰਦੀ ਹੈ ਕਿ ਕਮਰੇ ਵਿੱਚ ਆਉਂਦੇ ਹੀ ਮੈਨੂੰ ਨੀਂਦ ਆ ਜਾਂਦੀ ਹੈ ਤੇ ਗੱਦੇ ਵਾਲੀ ਗੱਲ ਨੂੰ ਤਾਂ ਮੈਂ ਭੁੱਲ ਹੀ ਗਿਆ ਹਾਂ। ਤੂੰ ਗੱਦੇ ਥੱਲੇ ਕੀ ਰੱਖਦੀ ਹੈ? ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ, ਕਹਿਣ ਲੱਗੀ, ਦੇਖ, ਜੇ ਤੈਨੂੰ ਲੱਗਦਾ ਹੈ ਕਿ ਮੈਂ ਤੇਰੇ ਤੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਇਹ ਗਲਤ ਹੈ। ਜਾਦੂ ਤੋਂ ਤਾਂ ਮੈਂ ਆਪ ਦੂਰ ਭੱਜਦੀ ਹਾਂ, ਬਲਕਿ ਮੈਂ ਤਾਂ ਇਦਾਂ ਦੇ ਲੋਕਾਂ ਨਾਲ ਨਫ਼ਰਤ ਕਰਦੀ ਹਾਂ ਜੋ ਜਾਦੂ ਵਰਗੀਆਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹਨ। ਹਾਂ, ਪਰ ਇੱਕ ਜਾਦੂ ਜ਼ਰੂਰ ਮੈਂ ਤੇਰੇ ਤੇ ਕੀਤਾ ਹੈ। ਮੈਂ ਘਬਰਾਉਂਦੇ ਹੋਏ ਆਪਣੀ ਪਤਨੀ ਨੂੰ ਪੁੱਛਿਆ, ਕੀ? ਕਿਉਂਕਿ ਮੈਨੂੰ ਤਾਂ ਕੁਝ ਦਿਨਾਂ ਤੋਂ ਇਦਾਂ ਹੀ ਲੱਗ ਰਿਹਾ ਸੀ ਕਿ ਮੈਂ ਕਿਸੇ ਜਾਦੂ ਟੂਣੇ ਦੀ ਅਸਰ ਵਿੱਚ ਆ ਗਿਆ ਹਾਂ। ਦੇਖੋ, ਤੁਹਾਨੂੰ ਦੂਜੇ ਸ਼ਹਿਰਾਂ ਦੇ ਲੋਕਾਂ ਨੂੰ ਆਦਤ ਹੁੰਦੀ ਹੈ ਰੋਜ਼ ਰਾਤ ਨੂੰ ਦੇਰ ਤੋਂ ਘਰ ਵਾਪਸ ਆਉਂਦੇ ਹਨ, ਜਦੋਂ ਕਿ ਸਾਡੇ ਸ਼ਹਿਰ ਵਿੱਚ ਇਦਾਂ ਨਹੀਂ ਹੁੰਦਾ। ਇੱਥੇ ਦੇ ਸਾਰੇ ਮਰਦ ਜਲਦੀ ਹੀ ਘਰ ਵਿੱਚ ਆ ਜਾਂਦੇ ਹਨ ਤੇ ਆਪਣੇ ਪਰਿਵਾਰ ਦੇ ਨਾਲ ਹੀ ਸੋ ਜਾਂਦੇ ਹਨ। ਇੱਥੇ ਦੇ ਮਰਦ ਰਾਤਾਂ ਨੂੰ ਦੇਰ ਤੱਕ ਦੋਸਤਾਂ ਨਾਲ ਵੀ ਨਹੀਂ ਬੈਠਦੇ, ਬਲਕਿ ਰਾਤ ਦੇਰ ਤੱਕ ਘਰ ਤੋਂ ਬਾਹਰ ਵੀ ਨਹੀਂ ਨਿਕਲਦੇ ਤੇ ਔਰਤਾਂ ਵੀ ਘਰ ਤੋਂ ਬਾਹਰ ਨਹੀਂ ਨਿਕਲਦੀਆਂ, ਜਦੋਂ ਕਿ ਬੱਚਿਆਂ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ। ਸਾਰੇ ਲੋਕ ਰਾਤ ਨੂੰ 8 ਵਜੇ ਤੱਕ ਹੀ ਸੋ ਜਾਂਦੇ ਹਨ ਤੇ ਸਵੇਰ ਨੂੰ 6 ਵਜੇ ਤੱਕ ਉੱਠ ਜਾਂਦੇ ਹਨ। ਦਰਅਸਲ ਮੈਂ ਸੁਣਿਆ ਹੈ ਦੂਜੇ ਸ਼ਹਿਰਾਂ ਦੇ ਮੁੰਡੇ ਤੇ ਆਦਮੀ ਰਾਤ ਦੇ 1 ਜਾਂ 2 ਵਜੇ ਹੀ ਘਰ ਵੜਦੇ ਹਨ, ਪਰ ਇੱਥੇ ਇਦਾਂ ਕੁਝ ਨਹੀਂ ਹੈ। ਸਾਡੇ ਇੱਥੇ ਦਾ ਤਰੀਕਾ ਬਹੁਤ ਅਲੱਗ ਹੈ। ਤੁਸੀਂ ਵੀ ਇੱਥੇ ਆਪਣੇ ਤਰੀਕੇ ਨਾਲ ਹੀ ਚੱਲ ਰਹੇ ਸੀ। ਜਦੋਂ ਅਸੀਂ ਦੋਵੇਂ ਫੈਕਟਰੀ ਤੋਂ ਆਉਂਦੇ ਸੀ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਥੋਂ ਚਲੇ ਜਾਂਦੇ ਸੀ ਤੇ ਮੈਂ ਘਰ ਵਿੱਚ ਇਕੱਲੀ ਹੋ ਜਾਂਦੀ ਸੀ ਤੇ ਤੁਹਾਡਾ ਇੰਤਜ਼ਾਰ ਕਰਦੀ ਸੀ। ਮੈਨੂੰ ਤੁਹਾਡਾ ਇਹ ਤਰੀਕਾ ਪਸੰਦ ਨਹੀਂ ਆਇਆ ਸੀ। ਮੇਰੀ ਗੱਲ ਤੇ ਨਾਰਾਜ਼ ਨਾ ਹੋਣਾ, ਪਰ ਗੱਲ ਇਹੀ ਹੈ ਕਿ ਤੁਹਾਡਾ ਤਰੀਕਾ ਬਹੁਤ ਗਲਤ ਸੀ। ਤੁਹਾਨੂੰ ਰਾਤ ਨੂੰ ਘਰ ਵਿੱਚ ਆਉਣਾ ਚਾਹੀਦਾ ਹੈ ਤੇ ਆਪਣੀ ਪਤਨੀ ਦਾ ਖਿਆਲ ਰੱਖਣਾ ਚਾਹੀਦਾ ਹੈ। ਵੈਸੇ ਤਾਂ ਤੁਸੀਂ ਮੇਰੇ ਨਾਲ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੇ ਹੋ, ਪਰ ਤੁਹਾਨੂੰ ਬਾਹਰ ਜਾਣ ਦੀ ਜ਼ਿਆਦਾ ਫਿਕਰ ਲੱਗੀ ਰਹਿੰਦੀ ਹੈ। ਮੈਂ ਸੋਚਿਆ ਕਿ ਜੇ ਮੈਂ ਤੁਹਾਡੇ ਨਾਲ ਲੜਾਈ ਝਗੜਾ ਕਰੂੰਗੀ, ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰੂੰਗੀ, ਤਾਂ ਸ਼ਾਇਦ ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓਗੇ, ਮੇਰੇ ਨਾਲ ਲੜਾਈ ਕਰੋਗੇ। ਮੈਂ ਤੁਹਾਨੂੰ ਵਿਆਹ ਤੋਂ ਬਾਅਦ ਬਦਲਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਸੱਚ ਦੱਸਣਾ, ਕੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਘਰ ਵਿੱਚ ਰਹਿ ਕੇ ਆਪਣੀ ਪਤਨੀ ਦਾ ਖਿਆਲ ਰੱਖੋ? ਇਦਾਂ ਵੀ ਹੋ ਸਕਦਾ ਹੈ ਕਿ ਤੁਹਾਡੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਕੋਈ ਹੋਰ ਆ ਜਾਵੇ, ਜਾਂ ਫਿਰ ਕੋਈ ਇਦਾਂ ਦਾ ਇਨਸਾਨ ਜੋ ਤੁਹਾਡੀ ਪਤਨੀ ਨੂੰ ਨੁਕਸਾਨ ਪਹੁੰਚਾ ਸਕੇ। ਤਾਂ ਕੀ ਤੁਹਾਨੂੰ ਚੰਗਾ ਲੱਗੇਗਾ? ਉਸਨੇ ਨਜ਼ਰ ਚੁਰਾਉਂਦੇ ਹੋਏ ਕਿਹਾ। ਤਾਂ ਮੈਂ ਬਸ ਇਹ ਸਭ ਕੁਝ ਇਸ ਲਈ ਹੀ ਕਰ ਰਹੀ ਸੀ। ਮੇਰੀ ਤਾਂ ਸਿਰਫ ਇਹੀ ਕੋਸ਼ਿਸ਼ ਸੀ ਕਿ ਤੁਸੀਂ ਰਾਤ ਨੂੰ ਜਲਦੀ ਘਰ ਵਿੱਚ ਆਓ ਤੇ ਜਲਦੀ ਹੀ ਸੋ ਜਾਇਆ ਕਰੋ। ਇਸ ਸ਼ਹਿਰ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰਾ ਪਤੀ ਵੀ ਕਿਸੇ ਗਲਤ ਕੰਮ ਵਿੱਚ ਪੈ ਜਾਵੇ ਜਾਂ ਫਿਰ ਲੋਕ ਉਸ ਨੂੰ ਮੁਸ਼ਕਿਲ ਵਿੱਚ ਪਾ ਦੇਣ। ਅਸੀਂ ਲੋਕ ਮਾਮੂਲੀ ਜਿਹੇ ਲੋਕ ਹਾਂ। ਜੇ ਸਾਨੂੰ ਆਪਣੀ ਜ਼ਿੰਦਗੀ ਆਸਾਨੀ ਨਾਲ ਜਿਉਣੀ ਹੈ ਤਾਂ ਸਾਨੂੰ ਆਪਣੇ ਤੌਰ ਤਰੀਕੇ ਬਦਲਣੇ ਪੈਣਗੇ, ਤੇ ਮੈਂ ਇਹੀ ਕਰ ਰਹੀ ਸੀ ਤੁਹਾਡੇ ਨਾਲ। ਤੁਹਾਡੇ ਤੌਰ ਤਰੀਕਿਆਂ ਨੂੰ ਬਦਲ ਰਹੀ ਸੀ। ਤੁਹਾਡੇ ਪਿੰਡ ਵਿੱਚ ਇਦਾਂ ਹੁੰਦਾ ਹੋਵੇਗਾ ਕਿ ਤੁਸੀਂ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਂਦੇ ਹੋਗੇ, ਪਰ ਇੱਥੇ ਇਦਾਂ ਕੁਝ ਨਹੀਂ ਹੈ। ਇੱਥੇ ਰਾਤ ਹੋ ਜਾਣ ਤੋਂ ਬਾਅਦ ਕੋਈ ਵੀ ਬੱਚਾ ਘਰ ਤੋਂ ਬਾਹਰ ਨਹੀਂ ਨਿਕਲਦਾ। ਇਸ ਲਈ ਤਾਂ ਇੱਥੇ ਹਰ ਕੋਈ ਇਨਸਾਨ ਸਵੇਰੇ ਜਲਦੀ ਉੱਠ ਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ ਤੇ ਸ਼ਾਮ ਨੂੰ ਜਲਦੀ ਵਿਹਲਾ ਹੋ ਕੇ ਆਪਣੇ ਪਰਿਵਾਰ ਨਾਲ ਟਾਈਮ ਗੁਜ਼ਾਰਦਾ ਹੈ ਤੇ ਸੋ ਜਾਂਦਾ ਹੈ। ਤੇ ਰਹੀ ਗੱਲ ਤੁਹਾਡੀ ਨੀਂਦ ਦੀ, ਤਾਂ ਮੈਂ ਇੱਕ ਅਲੱਗ ਹੀ ਤਰ੍ਹਾਂ ਦੀ ਕੋਇਲ ਲਗਾਉਂਦੀ ਹਾਂ, ਜਿਸ ਨਾਲ ਮੱਛਰ ਤਾਂ ਭੱਜਦੇ ਹੀ ਹਨ, ਨਾਲ ਹੀ ਨਾਲ ਉਸ ਦੀ ਖੁਸ਼ਬੂ ਨਾਲ ਸਾਨੂੰ ਦੋਵਾਂ ਨੂੰ ਨੀਂਦ ਵੀ ਆ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸੌਣ ਦੇ ਬਾਅਦ ਮੈਂ ਕਿਤੇ ਜਾਂਦੀ ਹਾਂ ਜਾਂ ਕਿਸੇ ਨੂੰ ਮਿਲਦੀ ਹਾਂ ਜਾਂ ਕੋਈ ਹੋਰ ਕੰਮ ਕਰਦੀ ਹਾਂ, ਤਾਂ ਇਦਾਂ ਬਿਲਕੁਲ ਵੀ ਨਹੀਂ ਹੈ। ਮੈਂ ਵੀ ਤਾਂ ਰਾਤ ਨੂੰ ਤੁਹਾਡੇ ਨਾਲ ਉਸੇ ਹੀ ਸਮੇਂ ਸੋ ਜਾਂਦੀ ਹਾਂ। ਕਮਰੇ ਵਿੱਚ ਲਗਾਉਣ ਵਾਲੀ ਕੋਇਲ ਦੀ ਖੁਸ਼ਬੂ ਦੀ ਵਜ੍ਹਾ ਨਾਲ ਤੁਹਾਨੂੰ ਹੁਣ ਘਰ ਵਿੱਚ ਆਉਂਦੇ ਹੀ ਨੀਂਦ ਆਉਣ ਲੱਗਦੀ ਹੈ, ਤੇ ਇਹੀ ਇਸ ਕਮਰੇ ਦੀ ਖਾਸ ਗੱਲ ਹੈ। ਮੈਂ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਹੈ ਤਾਂ ਕਿ ਸਾਡੇ ਦੋਵਾਂ ਦੀ ਜ਼ਿੰਦਗੀ ਵਿੱਚ ਆਸਾਨੀ ਹੋਵੇ। ਤੇ ਦੇਖ, ਛੋਟੀ ਛੋਟੀ ਗੱਲ ਤੇ ਸ਼ੱਕ ਨਾ ਕਰਿਆ ਕਰ। ਜੇ ਤੂੰ ਮੈਨੂੰ ਪੁੱਛ ਲੈਂਦਾ ਤਾਂ ਮੈਂ ਤੈਨੂੰ ਸਾਫ਼-ਸਾਫ਼ ਦੱਸ ਦਿੰਦੀ, ਪਰ ਤੂੰ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਦੋਸਤ ਨੂੰ ਦੱਸੀ। ਉਸ ਦੇ ਬਾਅਦ ਮੈਨੂੰ ਸਵਾਲ ਕੀਤਾ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ। ਸੱਚ ਵਿੱਚ ਅਸੀਂ ਕਦੇ-ਕਦੇ ਇਦਾਂ ਹੀ ਕਰਦੇ ਹਾਂ, ਛੋਟੀ ਜਿਹੀ ਗੱਲ ਨੂੰ ਦਿਲ ਤੇ ਸਵਾਰ ਕਰ ਲੈਂਦੇ ਹਾਂ ਤੇ ਫਿਰ ਇਸ ਬਾਰੇ ਸੋਚਦੇ-ਸੋਚਦੇ ਇੱਕ ਨਿੱਕੀ ਜਿਹੀ ਗੱਲ ਦਾ ਪਹਾੜ ਬਣ ਜਾਂਦਾ ਹੈ, ਤੇ ਉਹ ਪਹਾੜ ਸਾਡੇ ਰਿਸ਼ਤੇ ਦੀ ਸਾਰੀ ਖੂਬਸੂਰਤੀ ਨੂੰ ਲੁਕੋ ਦਿੰਦਾ ਹੈ। ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ ਕਿਸੇ ਤੇ ਥੋੜਾ ਵੀ ਸ਼ੱਕ ਹੋਵੇ
ਤਾਂ ਤੁਸੀਂ ਉਸਦੇ ਸਾਹਮਣੇ ਬੈਠ ਕੇ ਗੱਲ ਸਾਫ਼ ਕਰ ਲਓ। ਕਦੇ ਵੀ ਆਪਣੀ ਪਤਨੀ ਤੇ ਜਾਂ ਆਪਣੇ ਪਤੀ ਤੇ ਸ਼ੱਕ ਨਾ ਕਰਿਆ ਕਰੋ, ਨਹੀਂ ਤਾਂ ਤੁਹਾਡੀ ਵੀ ਹੱਸਦੀ ਮੁਸਕਰਾਉਂਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਸ਼ੱਕ ਐਵੇਂ ਦੀ ਚੀਜ਼ ਹੈ ਜੋ ਲੋਕਾਂ ਦੇ ਘਰ ਵੀ ਤੇ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਵੀ ਉਜਾੜ ਦਿੰਦਾ ਹੈ। ਰੱਬ ਦਾ ਸ਼ੁਕਰ ਹੈ ਕਿ ਮੇਰੀ ਪਤਨੀ ਸਮਝਦਾਰ ਸੀ ਤੇ ਉਸਨੇ ਮੈਨੂੰ ਸਮਝਾਉਣ ਲਈ ਇੱਕ ਨਵਾਂ ਤਰੀਕਾ ਅਪਣਾਇਆ। ਦੋਸਤੋ, ਹੁਣ ਤੁਸੀਂ ਹੀ ਦੱਸੋ, ਮੈਂ ਸਹੀ ਸੀ ਜਾਂ ਮੇਰੀ ਪਤਨੀ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।